ਅੱਜ ਦਾ ਸਮਾਂ ਗਲੋਬਲ ਇਕਨੋਮੀ ਦਾ ਸਮਾਂ ਹੈ ਜਿੱਥੇ ਇੱਕ ਦੇਸ਼ ਦੀ ਪਾਲਿਸੀ ਹੋਰ ਦੇਸ਼ਾਂ ਤੇ ਬਾਜ਼ਾਰਾਂ ਤੇ ਵੀ ਡਾਇਰੈਕਟ ਅਸਰ ਪਾ ਦਿੰਦੀ ਹੈ। ਅੱਜ ਕਿਸੇ ਇੱਕ ਮੁਲਕ ਦੇ ਫੈਸਲੇ ਦੇ ਨਾਲ ਸਿਰਫ ਇੰਡਸਟਰੀ ਨਹੀਂ ਬਲਕਿ ਰੋਜ਼ਮर्रा ਦੇ ਸਮਾਨ ਦੀ ਕੀਮਤਾਂ, ਐਕਸਪੋਰਟ ਇੰਪੋਰਟ ਦਾ ਬੈਲੈਂਸ ਤੇ ਲੋਕਾਂ ਦੇ ਰੋਜ਼ਗਾਰ ਤੱਕ ਵੀ ਬਦਲ ਜਾਂਦੇ ਨੇ। ਤੇ ਜਦੋਂ ਗੱਲ ਹੋ ਜਾਵੇ ਅਮਰੀਕਾ ਦੀ, ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਦੀ, ਤੇ ਫਿਰ ਉਹਦੇ ਕਿਸੇ ਵੀ ਇਕਨੋਮਿਕ ਡਿਸੀਜਨ ਨੂੰ ਹਲਕੇ ਵਿੱਚ ਲਿਆ ਨਹੀਂ ਜਾ ਸਕਦਾ। ਇੱਕ ਵਾਰ ਫਿਰ ਯੂਐਸ ਤੇ ਇੰਡੀਆ ਦੇ ਇਕਨੋਮਿਕ ਰਿਸ਼ਤਿਆਂ ਦੇ ਇੱਕ ਨਵੇਂ ਮੋੜ ਤੇ ਆ ਗਿਆ ਹੈ। ਤੇ ਕੀ ਯੂਐਸਏ ਦਾ ਇਹ ਮੂਵ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਟ੍ਰੇਡ ਐਗਰੀਮੈਂਟ ਦੀ ਵਾਇਓਲੇਸ਼ਨ ਚ ਆਉਂਦਾ ਵੀ ਹੈ ਜਾਂ ਨਹੀਂ? ਉਹਨਾਂ ਦੇ ਮੁਤਾਬਿਕ ਦੁਨੀਆ ਨੇ ਅਮਰੀਕਾ ਨੂੰ ਲੰਬੇ ਸਮੇਂ ਤੱਕ ਫ੍ਰੀ ਟ੍ਰੇਡ ਐਗਰੀਮੈਂਟਸ ਦੇ ਨਾਮ ਤੇ ਯੂਜ਼ ਕੀਤਾ, ਪਰ ਹੁਣ ਗੇਮ ਚੇਂਜ ਕਰਨ ਦਾ ਟਾਈਮ ਆ ਗਿਆ। ਜਦੋਂ ਉਹ ਇੰਡੀਆ ਨੂੰ ਟੈਰਿਫ ਕਿੰਗ ਕਹਿ ਕੇ ਟਾਰਗੇਟ ਕਰਦੇ ਨੇ ਤੇ ਉਹ ਸਿਰਫ ਇੱਕ ਟ੍ਰੇਡ ਬੈਟਲ ਨਹੀਂ ਹੁੰਦੀ, ਉਹ ਪਬਲਿਕ ਓਪੀਨੀਅਨ ਦੀ ਫੀਲਡ 'ਚ ਵੀ ਇੱਕ ਵਾਰ ਜਿਹੜੀ ਆ ਉਹ ਲੜ ਰਹੇ। ਲੋਕ ਕਹਿ ਰਹੇ ਨੇ ਕਿ ਜਿਹੜਾ ਮੁਲਕ ਸਾਡੇ ਨਾਲ ਸਟ੍ਰੈਟੇਜਿਕ ਪਾਰਟਨਰ ਦਾ ਦਾਅਵਾ ਕਰ ਰਿਹਾ ਹੈ ਉਹ ਕਨਸਟੈਂਟਲੀ ਪ੍ਰੈਸ਼ਰ ਕ੍ਰੀਏਟ ਕਰ ਰਿਹਾ ਹੈ, ਚਾਹੇ ਉਹ ਡਿਫੈਂਸ ਡੀਲਸ ਹੋਣ, ਆਇਲ ਇੰਪੋਰਟ ਸੈਂਕਸ਼ਨਸ ਹੋਣ ਜਾਂ ਟ੍ਰੇਡ ਟੈਰਿਫ ਹੀ ਕਿਉਂ ਨਾ ਹੋਣ। ਆਲਰੇਡੀ ਆਪਾਂ ਦੇਖਦੇ ਹਾਂ ਕਿ ਇੰਡੀਅਨ ਫੋਰਨ ਮਿਨਿਸਟਰੀ ਨੇ ਕਹਿ ਦਿੱਤਾ ਹੈ ਕਿ ਉਹ ਇਸ਼ੂ ਨੂੰ WTO ਨੋਰਮਸ ਦੇ ਅੰਡਰ ਐਡਰੈਸ ਕਰਨਾ ਚਾਹੁੰਦੇ ਨੇ। ਇਹ ਟੈਰਿਫਸ ਆਮ ਆਦਮੀ ਲਈ ਵੀ ਜ਼ਰੂਰੀ ਹੋ ਜਾਂਦੇ ਕਿਉਂਕਿ ਜਦੋਂ ਇੰਪੋਰਟ ਤੇ ਕਾਸਟ ਵੱਧਦੀ ਹੈ ਤੇ ਉਹਦਾ ਸਿੱਧਾ ਅਸਰ ਕੰਜ਼ਿਊਮਰ ਪ੍ਰਾਈਸਿਸ ਤੇ ਪੈਂਦਾ ਹੈ। ਸਤਿ ਸ਼੍ਰੀ ਅਕਾਲ। ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੀਤ ਬਹੁਤ ਸਵਾਗਤ ਕਰਦੀ ਹਾਂ। ਅੱਜ ਦਾ ਸਮਾਂ ਗਲੋਬਲ ਇਕਨੋਮੀ ਦਾ ਸਮਾਂ ਹੈ ਜਿੱਥੇ ਇੱਕ ਦੇਸ਼ ਦੀ ਪਾਲਿਸੀ ਹੋਰ ਦੇਸ਼ਾਂ ਤੇ ਬਾਜ਼ਾਰਾਂ ਤੇ ਵੀ ਡਾਇਰੈਕਟ ਅਸਰ ਪਾ ਦਿੰਦੀ ਹੈ। ਅੱਜ ਕਿਸੇ ਇੱਕ ਮੁਲਕ ਦੇ ਫੈਸਲੇ ਦੇ ਨਾਲ ਸਿਰਫ ਇੰਡਸਟਰੀ ਨਹੀਂ ਬਲਕਿ ਰੋਜ਼ਮर्रा ਦੇ ਸਮਾਨ ਦੀ ਕੀਮਤਾਂ, ਐਕਸਪੋਰਟ ਇੰਪੋਰਟ ਦਾ ਬੈਲੈਂਸ ਤੇ ਲੋਕਾਂ ਦੇ ਰੋਜ਼ਗਾਰ ਤੱਕ ਵੀ ਬਦਲ ਜਾਂਦੇ ਨੇ। ਤੇ ਜਦੋਂ ਗੱਲ ਹੋ ਜਾਵੇ ਅਮਰੀਕਾ ਦੀ, ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਦੀ, ਤੇ ਫਿਰ ਉਹਦੇ ਕਿਸੇ ਵੀ ਇਕਨੋਮਿਕ ਡਿਸੀਜਨ ਨੂੰ ਹਲਕੇ ਵਿੱਚ ਲਿਆ ਨਹੀਂ ਜਾ ਸਕਦਾ। ਤੇ ਅੱਜ ਦਾ ਮੁੱਦਾ ਵੀ ਕੁਝ ਇਦਾਂ ਦਾ ਹੀ ਹੈ। ਇੱਕ ਵੱਡੀ ਡਿਵੈਲਪਮੈਂਟ ਸਾਹਮਣੇ ਆਈ ਹੈ ਜਿੱਥੇ ਯੂਐਸਏ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੰਡੀਆ ਤੇ ਕੁਝ ਨਵੇਂ ਟੈਰਿਫਸ ਇੰਪੋਜ਼ ਕਰਨ ਦੀ ਗੱਲ ਛੇੜ ਦਿੱਤੀ ਹੈ। ਤੇ ਇਹ ਸਿਰਫ ਟੈਕਸ ਦੀ ਗੱਲ ਨਹੀਂ ਹੈ, ਇਹ ਗੱਲ ਹੈ ਇਕਨੋਮਿਕ ਪ੍ਰੈਸ਼ਰ, ਡਿਪਲੋਮੈਟਿਕ ਰਿਲੇਸ਼ਨਸ ਤੇ ਟ੍ਰੇਡ ਪਾਲਿਸੀ ਦੀ। ਅੱਜ ਦਾ ਮੁੱਦਾ ਇੱਕ ਵਾਰ ਫਿਰ ਯੂਐਸ ਤੇ ਇੰਡੀਆ ਦੇ ਇਕਨੋਮਿਕ ਰਿਸ਼ਤਿਆਂ ਦੇ ਇੱਕ ਨਵੇਂ ਮੋੜ ਤੇ ਆ ਗਿਆ ਹੈ। ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਨ੍ਹਾਂ ਨੇ ਆਪਣੇ ਸੈਕੰਡ ਟੈਨਿਓਰ 'ਚ ਫੋਰਨ ਪਾਲਿਸੀ ਦੇ ਵਿੱਚ ਅਮਰੀਕਾ ਫਰਸਟ ਅਪਰੋਚ ਨੂੰ ਹੋਰ ਜ਼ਿਆਦਾ ਐਗਰੈਸਿਵ ਬਣਾਇਆ ਹੈ ਤੇ ਹੁਣ ਇੰਡੀਆ ਤੇ ਨਵੇਂ ਟ੍ਰੇਡ ਟੈਰਿਫ ਲਗਾਉਣ ਦੀ ਉਹਨਾਂ ਨੇ ਗੱਲ ਕਰ ਦਿੱਤੀ ਹੈ। ਤੇ ਅੱਜ ਅਸੀਂ ਉਹੀ ਨਵੀਂ ਅਪਡੇਟ, ਉਸ ਦਾ ਬੈਕਗ੍ਰਾਉਂਡ ਤੇ ਇਹ ਕਿਉਂ ਮੈਟਰ ਕਰਦਾ ਹੈ, ਸਭ ਕੁਝ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰੀਏ ਕਰੰਟ ਅਪਡੇਟ ਦੀ ਤਾਂ 28 ਜੁਲਾਈ 2025 ਨੂੰ ਵਾਸ਼ਿੰਗਟਨ ਡੀਸੀ ਵਿੱਚ ਇੱਕ ਹਾਈ ਲੈਵਲ ਪ੍ਰੈਸ ਬਰੀਫਿੰਗ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕਰ ਦਿੱਤਾ ਕਿ ਕੁਝ ਇੰਡੀਅਨ ਗੁੱਡਸ ਤੇ ਇਨਹਾਂਸਡ ਟੈਰਿਫਸ ਲਗਾਏ ਜਾ ਰਹੇ ਨੇ ਤੇ ਇਹਨਾਂ ਦੇ ਵਿੱਚ ਟੈਕਸਟਾਈਲ, ਫਾਰਮਾਸਿਊਟੀਕਲਸ ਤੇ ਸਰਟਨ ਸਟੀਲ ਪ੍ਰੋਡਕਟਸ ਸ਼ਾਮਿਲ ਨੇ। ਰੀਜ਼ਨ ਕੀ ਹੈ? ਟਰੰਪ ਦਾ ਕਹਿਣਾ ਹੈ ਕਿ ਇੰਡੀਆ ਵੱਡੇ ਸਕੇਲ ਤੇ ਅਮਰੀਕਨ ਐਕਸਪੋਰਟ ਤੇ ਇਨਡਾਇਰੈਕਟ ਰੈਸਟ੍ਰਿਕਸ਼ਨਸ ਲੈ ਕੇ ਆਂਦਾ ਹੈ ਤੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਯੂਐਸ ਮੈਨੂਫੈਕਚਰਰਸ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਵਕਤ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਵੇਂ ਇੱਕ ਜਿਹੜਾ ਵੱਡਾ ਪੋਸਟ ਕੀਤਾ ਗਿਆ ਹੈ ਡੋਨਲਡ ਟਰੰਪ ਵੱਲੋਂ ਤੇ ਇਸ ਅਨਾਉਂਸਮੈਂਟ ਦੇ ਨਾਲ ਹੀ ਹੁਣ ਇੰਡੀਅਨ ਐਕਸਪੋਰਟਰਸ 'ਚ ਹਲਚਲ ਜਿਵੇਂ ਮਚ ਚੁੱਕੀ ਹੈ ਕਿਉਂਕਿ ਯੂਐਸਏ ਇੰਡੀਆ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ ਤੇ ਜਦੋਂ ਅਮਰੀਕਾ ਕਸਟਮ ਟੈਕਸਸ ਵਧਾ ਦਿੰਦਾ ਹੈ ਤਾਂ ਇੰਡੀਆ ਤੋਂ ਐਕਸਪੋਰਟ ਹੋਣ ਵਾਲੇ ਗੁੱਡਸ ਦੀ ਕਾਸਟ ਵੀ ਵੱਧ ਜਾਂਦੀ ਹੈ, ਜਿਸ ਕਰਕੇ ਉਹ ਪ੍ਰੋਡਕਟਸ ਯੂਐਸਏ ਦੇ ਮਾਰਕੀਟ ਦੇ ਵਿੱਚ ਮਹਿੰਗੇ ਹੋ ਜਾਂਦੇ ਨੇ ਤੇ ਜਿਸ ਦਾ ਡਾਇਰੈਕਟ ਨੁਕਸਾਨ ਪੰਜਾਬੀ ਬਿਜ਼ਨਸਮੈਨ ਤੇ ਮੈਨੂਫੈਕਚਰਰਸ ਨੂੰ ਵੀ ਹੁੰਦਾ ਹੈ। ਤੇ ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਇੰਡੀਆ ਤੇ ਇਕਨੋਮਿਕ ਪ੍ਰੈਸ਼ਰ ਕ੍ਰੀਏਟ ਕੀਤਾ ਹੋਵੇ। ਤੁਸੀਂ ਜਾਣਦੇ ਹੋ, ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪਹਿਲੇ ਟੈਨਿਓਰ ਦੇ ਵਿੱਚ ਵੀ ਟਰੰਪ ਨੇ GSP यानी कि जनरलाइज्ड सिस्टम ऑफ प्रेफरेंस अंडर इंडिया नू मिलते फायदे बंद कर दिते सी ते दैट टाइम ये कह के कि इंडिया फेयर ट्रेड प्रैक्टिसेस फॉलो नहीं कर रहा है।
ਤੇ ਹੁਣ ਆ ਗਿਆ 2025 ਤੇ ਇਹਦੇ ਵਿੱਚ ਵੀ ਟਰੰਪ ਸਾਹਿਬ ਨੇ ਫਿਰ ਪ੍ਰੈਜ਼ੀਡੈਂਟ ਬਣ ਕੇ ਲੱਗਦਾ ਹੈ ਉਹੀ ਨੈਰੇਟਿਵ ਦੁਬਾਰਾ ਲੈ ਕੇ ਉਹ ਆਏ ਨੇ ਤੇ ਆਪਣੀ ਗੱਲ ਕਹਿ ਰਹੇ ਨੇ, ਪਰ ਇਸ ਵਾਰ ਹੋਰ ਡਾਇਰੈਕਟ ਤਰੀਕੇ ਦੇ ਨਾਲ। क्योंकि ट्रंप का कहना है कि अगर इंडिया अमेरिकन माल ते रिस्ट्रिक्शंस रखेगा या फिर हाई इंपोर्ट ड्यूटीज चार्ज करेगा तो यूएसए भी रेसिप्रोकल टैरिफ्स लेके आएगा। रेसिप्रोकल टैरिफ्स तुसी जानते हो, टिट फॉर टैट, जो तुसी करोगे असी भी वही करांगे। तो ये गल रेसिप्रोकल टैरिफ वाली पॉलिसी नाल जोड़ के देखी जा रही है। तुसी जानते हो कि रेसिप्रोकल टैरिफ एक ट्रेड पॉलिसी प्रिंसीपल हुंदा है जिथे अगर कोई देश तुहाडे देश दे माल ते ज़्यादा टैक्स लाउंदा है तो तुसी भी उस देश के माल ते उन्हां दे बराबर या वध टैरिफ चार्ज कर सकते हो ताकि फेयर कंपीटिशन बनी रहे। बस डोनाल्ड ट्रंप इसे गल ते जिहड़े आ वो वार वार फोकस करते हैं तो अपनी गल कहते हैं कि इंडिया ਜਿਹੜਾ ਟੈਰਿਫ ਕਿੰਗ ਉਹਨੂੰ ਵਾਰ-ਵਾਰ ਕਹਿੰਦੇ ਨੇ, ਕੰਸੀਡਰ ਕਰਦੇ ਨੇ ਤੇ ਇਹ ਗੱਲ ਉਹ ਹਮੇਸ਼ਾ ਆਪਣੇ ਹਰ ਪਲੇਟਫਾਰਮ ਤੇ ਰੱਖਦੇ ਨੇ। ਤੇ ਹੁਣ ਟਿਟ ਫॉर ਟੈਟ ਵਾਲੀ ਗੱਲ ਆ ਗਈ ਹੈ। ट्रंप एडमिनिस्ट्रेशन का कहना है कि यूएसए बहुत सालों तो ट्रेड डिफिसिट सफर कर रहा है जिते वो ज़्यादा इंपोर्ट कर रहा है तो घट एक्सपोर्ट, तो इस इम्बैलेंस ਨੂੰ ਸੁਧਾਰਨ ਦੇ ਲਈ ट्रंप एग्रेसिव टैरिफ ਲਈ सपोर्ट कर रहे हैं। इंडिया के केस ਦੇ ਵਿੱਚ ਤੁਸੀਂ ਸੁਣ ਹੀ ਲਿਆ ਕਿ ट्रंप साहब की ਕਹਿੰਦੇ ਨੇ ਤੇ ਉਹ ਕਹਿੰਦੇ ਨੇ ਕਿ ਫਾਰਮਾਸਿਊਟੀਕਲਸ, ਆਟੋਮੋਬਾਈਲ ਪਾਰਟਸ ਤੇ ਇਲੈਕਟ੍ਰੋਨਿਕ ਸੈਕਟਰਸ ਦੇ ਵਿੱਚ ਇੰਡੀਆ यूएसए ਦੇ ਪ੍ਰੋਡਕਟ ਤੇ ਵੱਡੀਆਂ ਇੰਪੋਰਟ ਡਿਊਟੀਜ਼ ਲਾ ਰਿਹਾ ਹੈ, ਪਰ ਉਹੀ ਸਮਾਨ ਜਦੋਂ ਇੰਡੀਆ यूएसए ਚ ਵੇਚਦਾ ਹੈ ਤਾਂ ਉਹ ਰਿਲੈਕਸ ਟੈਰਿਫ ਅੰਡਰ ਸਿਲ ਕਰਦਾ ਹੈ, ਜਿਸ ਕਰਕੇ यूएसए ਦਾ ਲੋਕਲ ਮਾਰਕੀਟ ਸਫਰ इस वक्त कर रहा है। तो ताही ये जरूरी है, इंपॉर्टेंट क्यों है, रीजन है ये मुद्दा सिर्फ टैक्स इकोनॉमिक फिगर्स की गल नहीं, ये दो ਆਪਾਂ ਕਹੀਏ ਨਾ ਕੰਟਰੀਜ਼ ਦੇ ਵਿੱਚ ਇੱਕ ਟ੍ਰੇਡ ਟਰਸਟ ਤੇ ਪਾਲਿਸੀ ਅਲਾਈਨਮੈਂਟ ਦਾ ਸਵਾਲ ਬਣ ਗਿਆ ਹੈ। ਜਦੋਂ यूएसए ਇੰਡੀਆ ਦੇ ਟੈਰਿਫ ਲਗਾਉਂਦਾ ਹੈ ਤਾਂ ਉਸ ਦਾ ਅਸਰ ਸਿਰਫ ਗਵਰਨਮੈਂਟ ਲੈਵਲ ਤੱਕ ਹੀ ਲਿਮਿਟਡ ਨਹੀਂ ਰਹਿੰਦਾ, ਅਸਲ ਦੇ ਵਿੱਚ ਉਹ ਪੰਜਾਬੀ ਬਿਜ਼ਨਸ ਹਾਊਸਸ ਐਂਡ ਟੈਕਸਟਾਈਲ ਮਿਲਸ, फार्मा सप्लायर्स ਤੇ ਸਮਾਲ ਟ੍ਰੇਡਰਸ ਤੱਕ ਵੀ ਪਹੁੰਚਦਾ ਹੈ ਕਿਤੇ ਨਾ ਕਿਤੇ। ਜੇਕਰ ਆਪਾਂ ਗੱਲ ਕਰੀ ਕੈਨੇਡਾ, ਆਸਟ੍ਰੇਲੀਆ ਜਾਂ ਹੋਰ ਕੰਟਰੀਜ਼ ਦੀ, ਤੇ ਉਹਨਾਂ ਵਾਂਗ यूएसए ਚ ਵੀ ਇੰਡੀਅਨ ਡਾਇਸਪੋਰਾ ਇੱਕ ਲਾਰਜ ਸਕੇਲ ਤੇ ਇੰਡੀਅਨ ਪ੍ਰੋਡਕਟਸ ਇੰਪੋਰਟ ਕਰਦਾ ਹੈ ਤੇ ਉਹ ਪ੍ਰੋਡਕਟ ਹੁਣ ਮਹਿੰਗੇ ਮਿਲਣ ਲੱਗਣਗੇ ਤੇ ਜਿੱਥੇ ਡਿਮਾਂਡ ਘਟੀ ਉੱਥੇ ਪ੍ਰੋਡਕਸ਼ਨ ਚ ਵੀ ਗਿਰਾਵਟ ਆਉਂਦੀ ਹੈ ਤੇ ਇਸ ਕਰਕੇ ਇੰਡੀਆ ਚ ਰੋਜ਼ਗਾਰ ਤੇ ਇਕਨੋਮੀ ਵਿੱਚ ਸਟ੍ਰੈਸ ਜਿਹੜਾ ਆ ਉਹ ਵੱਧਦਾ ਹੈ। इस डेवलपमेंट तो बाद मिनिस्ट्री ऑफ कॉमर्स इंडिया ने फॉर्मली यूएस ट्रेड रिप्रेजेंटेटिव्स ਨੂੰ कंसर्न ਲੈਟਰ ਇਸ਼ੂ ਕੀਤਾ ਹੈ ਤੇ ਪੀਸ ਟਾਕਸ ਲਈ ਸਿਗਨਲ ਦਿੱਤਾ ਹੈ, ਪਰ ਟਰੰਪ ਦੇ ਐਗਰੈਸਿਵ ਸਟਾਈਲ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਨੈਗੋਸੀਏਸ਼ਨ ਈਜ਼ੀ ਨਹੀਂ ਹੋਣਗੇ। ਤੇ ਇਹ ਗੱਲ ਵੀ ਇੰਟਰਸਟਿੰਗ ਹੈ ਕਿ ਟਰੰਪ ਨੇ ਇਸ ਡਿਸੀਜਨ ਨੂੰ ਅਪਕਮਿੰਗ G20 ਸਮਿਟ ਦੇ ਕੰਟੈਕਸਟ ਵਿੱਚ ਜਸਟੀਫਾਈ ਕੀਤਾ, ਕਹਿ ਕੇ ਸਟਰੋਂਗ ਇਕਨੋਮਿਕ ਸਟੈਪਸ ਆਰ ਨੈਸੈਸਰੀ ਟੂ ਪ੍ਰੋਟੈਕਟ ਅਮਰੀਕਨ ਇੰਟਰਸਟ। ਤੇ ਕੁਐਸਚਨ ਇਹ ਹੈ ਕਿ ਇੰਡੀਆ ਦੇ ਲੀਗਲ, ਡਿਪਲੋਮੈਟਿਕ ਤੇ WTO ਰਿਲੇਟਡ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਰਿਲੇਟਡ ਆਪਸ਼ਨਸ ਆਖਰ ਕੀ ਨੇ ਤੇ ਕੀ यूएसए ਦਾ ਇਹ ਮੂਵ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਟ੍ਰੇਡ ਐਗਰੀਮੈਂਟ ਦੀ ਵਾਇਓਲੇਸ਼ਨ ਚ ਆਉਂਦਾ ਵੀ ਹੈ ਜਾਂ ਨਹੀਂ। ਇਹਨੂੰ ਸਮਝਾਂਗੇ ਆਪਾਂ ਹਰ ਡਿਟੇਲ ਦੇ ਵਿੱਚ। ਆਪਾਂ ਆ ਵੀ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਹੁਣੇ ਅਗਸਤ ਤੋਂ ਇੰਪਲੀਮੈਂਟੇਸ਼ਨ ਇਸ ਦਾ ਹੋਵੇਗਾ ਇਹਨਾਂ ਰੈਸਿਪਰੋਕਲ ਟੈਰਿਫਸ ਦਾ, ਇਸ ਦਾ ਇੰਪੈਕਟ ਅੱਗੇ ਇੰਡੀਆ ਤੇ ਕੀ ਪਵੇਗਾ ਤੇ ਨਾਲ ਦੇ ਨਾਲ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਟੈਰਿਫ ਕਿੰਗ ਜਿਹੜਾ ਵਾਰ-ਵਾਰ ਡੋਨਲਡ ਟਰੰਪ ਵੱਲੋਂ ਇੰਡੀਆ ਨੂੰ ਲੈ ਕੇ ਕਿਹਾ ਜਾਂਦਾ ਹੈ, ਇੰਡੀਆ ਨੂੰ ਇੱਕ ਟੈਗ ਦਿੱਤਾ ਗਿਆ ਹੈ, ਲੇਕਿਨ ਇਹ ਟੈਰਿਫ ਕਿੰਗ ਕਹਿੰਦੇ ਕਿਉਂ ਨੇ ਤੇ ਇਸ ਦੇ ਪਿੱਛੇ ਦੀ ਬੈਕ ਸਟੋਰੀਜ਼ ਆਖਿਰ ਕੀ ਨੇ ਜਿਸ ਕਰਕੇ ਕੰਸੀਡਰ ਕੀਤਾ ਜਾਂਦਾ ਹੈ ਇੰਡੀਆ ਨੂੰ ਟੈਰਿਫ ਕਿੰਗ ਦੇ ਨਾਮ ਦੇ ਨਾਲ। ਇਹਨੂੰ ਵੀ ਜਾਣਾਂਗੇ ਆਪਾਂ, ਪਰ ਇੱਕ ਬ੍ਰੇਕ ਤੋਂ ਬਾਅਦ ਅਸੀਂ ਜਲਦ ਹਾਜ਼ਰ ਹੋਵਾਂਗੇ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਵੈਲਕਮ ਬੈਕ ਆਫਟਰ ਦ ਬ੍ਰੇਕ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਆਪਾਂ ਕਰ ਰਹੇ ਹਾਂ ਉਹਨਾਂ ਰੈਸਿਪਰੋਕਲ ਟੈਰਿਫ ਦੀ ਜੋ ਕਿ ਹੁਣ यूएसए ਨੇ ਇੰਡੀਆ ਤੇ ਲਾ ਦਿੱਤੇ ਨੇ ਤੇ ਅਗਸਤ ਤੋਂ ਇਹਦਾ ਇੰਪਲੀਮੈਂਟੇਸ਼ਨ ਵੀ ਹੋਣਾ ਸ਼ੁਰੂ ਹੋ ਜਾਵੇਗਾ। ਲੇਕਿਨ ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਟੈਰਿਫ ਕਿੰਗ ਦੀ। ਟੈਰਿਫ ਕਿੰਗ ਦੀ ਗੱਲ ट्रंप ਦੀ ट्रेड ਆਈਡੀਓਲੋਜੀ ਕੀ ਹੈ ਤੇ ਰੈਸਿਪਰੋਕੇਸ਼ਨ ਦਾ ਆਖਰ ਪੂਰਾ ਗੇਮ ਕੀ ਹੈ। ਗੱਲ ਕਰਦੇ ਹਾਂ यूएस ਬੈਕਗ੍ਰਾਉਂਡ ਦੀ, ਜਿੱਥੇ ट्रंप ਦਾ इंडिया ਨਾਲ ट्रेड ਲਈ ਐਗਰੈਸਿਵ ਮੂਡ ਜਿਹੜਾ ਆ ਉਹ ਸਾਹਮਣੇ ਆਇਆ ਸੀ ਤੇ ਕੋਈ ਨਵੀਂ ਗੱਲ ਨਹੀਂ ਹੈ ਕਿ ट्रंप ਨੇ इंडिया ਨੂੰ ਟੈਰਿਫ ਕਿੰਗ ਕਿਹਾ।
ਉਹ ਤਾਂ ਪਹਿਲੀ ਵਾਰ 2018 ਚ ਓਪਨਲੀ ਕਹਿ ਚੁੱਕੇ ਸੀ ਕਿ ਇੰਡੀਆ ਅਨਫੇਅਰ ਟੈਰਿਫਸ ਲਾਉਂਦਾ ਹੈ ਤੇ ਉਸਦੇ ਗੁੱਡਸ ਤੇ ਅਨਰੀਜ਼ਨੇਬਲੀ ਵੱਡਾ ਟੈਕਸ ਲੱਗਦਾ ਹੈ। उस वक्त ट्रंप ने कहा सी कि इंडिया imposes 100% tariff on our bikes and we charge nothing from them. That's not fair. ਇਹ ਗੱਲ ਉਸ ਸਮੇਂ ਦੀ ਆ ਜਦੋਂ ਹਾਰਲੇ ਡੇਵਿਡਸਨ ਜਿਹੇ ਅਮਰੀਕਨ ਪ੍ਰੋਡਕਟਸ ਇੰਡੀਆ ਵਿੱਚ ਕਾਫੀ ਜ਼ਿਆਦਾ ਪਪੂਲਰ ਹੋ ਰਹੇ ਸੀਗੇ, ਪਰ ਉਹਨਾਂ ਤੇ ਹੈਵੀ ਇੰਪੋਰਟ ਡਿਊਟੀ ਲੱਗ ਰਹੀ ਸੀ। ਹੁਣ ਇਹ ਜਿਹੜੀ ਪੂਰੀ ਸਿਚੁਏਸ਼ਨ ਹੈ, ਪੂਰੀ ਬੈਕ ਸਟੋਰੀ ਹੈ ਕਿ 2018 ਵਿੱਚ ਕਿਵੇਂ इस गल चकना उन्होंने शुरू कर दिता सी। इस दे पिछे आइडियोलॉजी की है। ट्रंप की आइडियोलॉजी एक सिंपल प्रिंसिपल ते बेस्ड है, रेसिप्रोकल टैरिफ्स। जे तुसी साडी इकोनॉमी नू टैक्स या ट्रेड रिस्ट्रिक्शंस दे नाल हिट कर रहे हो तां असीं भी तुहाडे ते उन्हां दे बदले च सेम या उस तों वध टैरिफ ला के तुहाडे प्रोडक्ट्स नू एक्सपेंसिव कर देवांगे। ਤੇ ਹੁਣ ਇਸ ਨਵੀਂ ਅਪਡੇਟ ਦੇ ਨਾਲ ਇਹੀ ਹੋ ਰਿਹਾ ਹੈ। ਇਹ ਸਿਰਫ ਇਕਨੋਮਿਕ ਡਿਸੀਜਨ ਨਹੀਂ, ਇਹ ਟਰੰਪ ਲਈ ਨੈਸ਼ਨਲ ਪ੍ਰਾਈਡ ਦਾ ਸਵਾਲ ਹੈ। ਉਹਨਾਂ ਦੇ ਮੁਤਾਬਿਕ ਦੁਨੀਆ ਨੇ ਅਮਰੀਕਾ ਨੂੰ ਲੰਬੇ ਸਮੇਂ ਤੱਕ ਫ੍ਰੀ ਟ੍ਰੇਡ ਐਗਰੀਮੈਂਟਸ ਦੇ ਨਾਮ ਤੇ ਯੂਜ਼ ਕੀਤਾ, ਪਰ ਹੁਣ ਗੇਮ ਚੇਂਜ ਕਰਨ ਦਾ ਟਾਈਮ ਆ ਗਿਆ ਹੈ। ਟਰੰਪ ਕਹਿੰਦੇ ਨੇ ਕਿ ਵੀ ਆਰ ਨਾਟ ਦ ਵਰਲਡਸ ਪਿਗੀ ਬੈਂਕ ਐਨੀਮੋਰ। ਇੰਡੀਆ ਦੇ ਨਾਲ ट्रंप की फ्रस्ट्रेशन इस करके वध गई क्योंकि ट्रंप का कहना है कि इंडिया ने उन्होंने प्रोडक्ट्स से हमेशा हाई ड्यूटीज लाइया, खास तौर पर एग्रीकल्चर प्रोडक्ट्स, वाइन, विस्की, ऑटोमोबाइल्स, मैडिकल इक्विपमेंट ते स्टील ते हुण जदों ट्रंप दोबारा वाइट हाउस च आए तो उन्होंने ये गल उठाई कि इंडिया अपने एक्सपोर्ट लई उन्हां दी मार्केट यूज़ कर रहा है, पर जदों US कुछ भी इंडिया दे विच एक्सपोर्ट करता है तो उन्होंने अनफेयर रिस्ट्रिक्शंस फेस करनी पैंदी है। हुण जो गल आपां कह रहे हैं उसका असल मतलब की है? इसका मतलब है कि ट्रंप हुण एक प्रेशराइजिंग स्ट्रैटजी बना रहे हैं। जे इंडिया ने US दे गुड्स से टैरिफ घट नहीं किया तो US भी इंडिया दे टैक्सटाइल, फार्मा, मशीनरी ते ईवन सर्विसेज ते कहते ने कि एक रिटैलीएट करना उस तरीके दे टैरिफ ला सकता है, यानी कि लाऊगा। रेसिप्रोकल टैरिफ का कॉन्सैप्ट ट्रंप दी पॉलिटिकल आइडियोलॉजी का कोर पार्ट बन चुका है। उन्होंने वोटर बेस्ड खास तौर पर ब्लू कॉलर वर्कर्स, स्मॉल मैन्युफैक्चरर्स ते एक्सपोर्टर ने जो समझते हैं कि पास्ट गवर्नमेंट ने ग्लोबलाइजेशन च ਉਹਨਾਂ ਦੀ ਜੌਬ ਸਿਕਿਉਰਿਟੀ ਨੂੰ ਇਗਨੋਰ ਕੀਤਾ ਤੇ ਟਰੰਪ ਹੁਣ ਇਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਉਹ ਅਮਰੀਕਾ ਦੀ ਡਿਗਨਿਟੀ ਰੀਸਟੋਰ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਟਰੰਪ ਕਹਿੰਦੇ ਨੇ ਕਿ ਫ੍ਰੀ ਟ੍ਰੇਡ ਹੋਣਾ ਚਾਹੀਦਾ ਹੈ, ਪਰ ਫੇਅਰ ਟ੍ਰੇਡ ਨਾਲ ਫੇਅਰ ਪਾਲਿਸੀਜ਼ ਦੇ ਨਾਲ, ਜੋ ਕਿ ਅਸੀਂ ਹੁਣ ਉਹਨਾਂ ਨੂੰ ਫੋਲੋ ਕਰਾਂਗੇ। ਤੇ ਹੁਣ ਜਦੋਂ ਉਹ ਇੰਡੀਆ ਨੂੰ ਟੈਰਿਫ ਕਿੰਗ ਕਹਿ ਕੇ ਟਾਰਗੇਟ ਕਰਦੇ ਨੇ ਤੇ ਉਹ ਸਿਰਫ ਇੱਕ ਟ੍ਰੇਡ ਬੈਟਲ ਨਹੀਂ ਹੁੰਦੀ, ਉਹ ਪਬਲਿਕ ਓਪੀਨੀਅਨ ਦੀ ਫੀਲਡ 'ਚ ਵੀ ਇੱਕ ਵਾਰ ਜਿਹੜੀ ਆ ਉਹ ਲੜ ਰਹੇ ਨੇ ਕਿ ਕਿਸੇ ਹੋਰ ਦੇਸ਼ ਦੀ ਇਕਨੋਮੀ US ਦੇ ਕਾਸਟ ਤੇ ਨਾ ਵਧੇ। ਤੇ ਇਹ ਸਿਰਫ ਗੁੱਡਸ ਤੇ ਟੈਕਸ ਲਾਉਣ ਦੀ ਗੱਲ ਨਹੀਂ ਹੈ, ਇਹ ਜੀਓਪੋਲਿਟਿਕਸ, ਪ੍ਰਾਈਡ ਤੇ ਪੋਲਿਸੀ ਬੈਲੈਂਸਿੰਗ ਦਾ ਇੱਕ ਮਾਮਲਾ ਵੀ ਹੈ। ਟਰੰਪ ਨੂੰ ਪਤਾ ਹੈ ਕਿ ਇੰਡੀਆ US ਰਿਲੇਸ਼ਨਸ਼ਿਪ ਸੈਂਸਿਟਿਵ ਹੈ, ਪਰ ਉਹ ਕਹਿੰਦਾ ਹੈ कि या तू फेयर हो या रेडी हो जा। इंडिया भी ट्रंप दे इस प्रेशर नू लाइटली नहीं ले सकता, क्योंकि US इज स्टिल इंडिया दा टॉप एक्सपोर्ट डेस्टिनेशन है। तो इस रिटैलीएटरी टैरिफ ਜਿਹੜੇ ਲੱਗੇ ਨੇ ਤੇ ਇਹ ਕਈ ਸੈਕਟਰਸ ਨੂੰ ਮੈਸਿਵ ਨੁਕਸਾਨ ਜਿਹੜੇ ਆ ਪਹੁੰਚਾ ਸਕਦੇ ਨੇ। ਤੇ ਇਹ ਸਾਰਾ ਮਸਲਾ ਇਸ ਗੱਲ ਵੱਲ ਲੈ ਕੇ ਜਾਂਦਾ ਹੈ ਕਿ ਟਰੰਪ ਦਾ ਟ੍ਰੇਡ ਪਾਲਿਸੀ ਇੱਕ ਮੈਸੇਜ ਹੈ, ਜਿੱਥੋਂ ਫੇਵਰ ਮਿਲੇ ਉਹ ਠੀਕ, ਪਰ ਜਿੱਥੋਂ ਉਸ ਨੂੰ ਨੁਕਸਾਨ ਹੋਵੇ ਉਹ ਉਹਨੂੰ ਚੇਂਜ ਕਰਦਾ ਹੈ। ਇੰਡੀਆ ਲਈ ਹੁਣ ਡਿਸੀਜਨ ਦਾ ਟਾਈਮ ਆ ਗਿਆ ਹੈ, ਜਾਂ ਤਾਂ ਨੈਗੋਸੀਏਸ਼ਨ ਟੇਬਲ ਤੇ ਫੇਅਰ ਰੂਲਸ ਲਈ ਉਹ ਆਵੇ ਜਾਂ ਰੈਡੀ ਹੋ ਜਾਏ ਇਕਨੋਮਿਕ ਰਿਟੈਲੀਏਸ਼ਨ ਦੇ ਲਈ। ਤੇ क्यों उन्होंने टैरिफ किंग किया जाता है उसकी आप एक बैक
फ्लैश स्टोरी जिहड़ी है वो तुहाडे सामने रखी। ਤੇ ਹੁਣ ਅੱਗੇ ਆਪਾਂ ਗੱਲ ਕਰਾਂਗੇ ਕਿ ਇੰਡੀਆ ਯੂਐਸ ਇੰਡਸਟਰੀ ਤੇ ਹੁਣ ਕੀ ਅਸਰ ਪਵੇਗਾ ਇਸ ਟੈਰਿਫ ਵਾਰ ਦੇ ਨਾਲ, ਤੇ ਆਮ ਇੰਡੀਅਨ ਐਕਸਪੋਰਟਰ ਕਿਸ ਤਰੀਕੇ ਦੇ ਨਾਲ ਸਫਰ ਕਰ ਸਕਦਾ ਹੈ ਜਾਂ ਫਿਰ ਇਸ ਸਿਚੁਏਸ਼ਨ ਦੇ ਵਿੱਚ ਇਸ ਤਰੀਕੇ ਦੇ ਵਾਰ ਟ੍ਰੇਡ ਪਾਲਿਸੀ ਦੇ ਵਿੱਚ ਆਪਣੇ ਆਪ ਨੂੰ ਅਡੈਪਟ ਕਰ ਸਕਦਾ ਹੈ। ਇੱਕ ਛੋਟਾ ਜਿਹਾ ਬ੍ਰੇਕ, ਜਲਦ ਹਾਜ਼ਰ ਹੋਵਾਂਗੇ। ब्रेक तो बाद एक बार फिर तुहाडे सारिਆਂ ਦਾ बहुत-बहुत स्वागत करते हाँ। तो अज का मुद्दा दे विच हुण तक असीं गल कर चुके हाँ कि ट्रंप ने इंडिया ते वापस टैरिफ्स लगा दिते ने, ते वो भी खास तौर पर रेसिप्रोकल टैरिफ पॉलिसी के तहत। पर हुण असीं समझांगे कि इसका असली इंपैक्ट इंडिया ते किवें पवेगा, खास तौर पर साडी इकोनॉमी, इंपलॉयमेंट ते ग्लोबल इमेज ते। सब तो पहला गल करिए इंडियन एक्सपोर्टर्स की। सब तो वड्डा झटका लग रहा है स्मॉल ते मीडियम इंटरप्राइजेस नूं, जो पहला ही पोस्ट कोविड इकोनॉमी दे विच रिकवर करने की कोशिश कर रहे सी। यूएसए जो साडी एक्सपोर्ट दा एक मेजर मार्केट है, उत्थे हुण एक्सट्रा ड्यूटी लगाउण दे नाल इंडिया दे छोटे एक्सपोर्टर्स काफ़ी स्ट्रेस च आउणगे। कपड़े, ऑटो पार्ट्स, सॉफ्टवेयर, फार्मा, ये सारे सैक्टर्स डायरैक्ट हिट करनगे। फार्मास्यूटिकल्स इंडस्ट्री जो पहला यूएसए दे विच सब तो वड्डी सप्लायर बन चुकी सी, हुण वरीड है कि प्राइस कॉम्पिटिटिवनेस प्रॉब्लम आएगी। गारमेंट ते टैक्सटाइल इंडस्ट्री जिथे ऑलरेडी बांग्लादेश ते वियतनाम वर्गे मुल्क कंपीट कर रहे हैं, वो होर वीक हो सकती है। तो स्टील ते एलूमीनियम इंडस्ट्री ते भी एक इंपैक्ट पै रहा है, क्योंकि यूएसए हुण डोमैसटिक प्रोड्यूसर्स नूं प्रमोट करना चाहुंदा है। एंड इत्थे एक होर मेजर कंसर्न है इंडो यूएस ट्रेड इंबैलेंस, क्योंकि यूएस वार वार कहता आया है कि इंडिया एक्सपोर्ट तो बहुत कर रहा है पर इंपोर्ट यूएस तो घट आ रहे हैं। हुण ट्रंप की सोच है कि इंडिया टैरिफ किंग है, क्योंकि वो यूएस तो आने वाले समान ते ऑलरेडी हाई टैरिफ्स लगाउंदा है, चाहे वो बाइक्स होण, भावें वो डेयरी प्रोडक्ट्स होण या मैडिकल इक्विपमेंट्स ही क्यों ना हो। तो ये प्रेशर ना हुण इंडियन गवर्नमेंट ते है कि वो यूएसए नूं सैटिस्फाई कर सके बिना अपने डोमैसटिक प्रोड्यूसर्स नूं नुकसान करके, क्योंकि जे इंडिया वापस रिटैलीएट करता है जिवें पहलां कीता सी आमन, एप्पल्स ते वालनट्स ते ड्यूटी वधा के, तां फिर ट्रेड वॉर एस्केलेट हो सकता है। तो करंट ग्लोबल इकोनॉमी जिथे ऑलरेडी इन्फ्लेशन, ऑयल प्राइसिस ते जियोपॉलिटिकल टेंशनस दी इस वक्त मार चल रही है, उस दे विच एक होर इकोनॉमिक बैटल डैमेजिंग साबित हो सकती है। तो अज दी डेट विच इंडियन एक्सपोर्टर्स एसोसीएशनस वर्गे लाइक फेडरेशन ऑफ इंडियन एक्सपोर्ट ऑर्गेनाइजेशन ते EEPC ने क्लीयर कर दिता है कि ये मूव कॉन्फिडेंस नूं शेक कर सकती है। बिजनेस लोकी कहते ने कि हुण यूएसए मार्केट च सर्वाइव करना मुश्किल हो जाएगा, स्पेशली जिहड़े लॉन्ग टर्म कॉन्ट्रैक्ट्स ते डिपेंडेबल प्राइसिंग स्ट्रैटेजीज ते काम कर रहे थे। इंडियन गवर्नमेंट दी वल्लों हुण तक कॉशियस रिस्पॉन्स आया है। कॉमर्स मिनिस्ट्री ने कहा है कि ये मैटर WTO लेवल पर उठाया जा सकता है, क्योंकि यूनीलैटरल टैरिफ्स WTO रूल्स के खिलाफ ने, पर WTO विच इंडिया यूएस का पहला भी डिस्प्यूट रहा है, तो इस करके अनसर्टेनिटी बहुत ज़्यादा है। एक होर टेंशन वाली गल है इत्थे ये है कि कुछ इंडियन इंडस्ट्रीज विच एंटी यूएस सेंटीमेंट्स वध रहा है। लोग कह रहे हैं कि जिहड़ा मुल्क साडे नाल स्ट्रैटेजिक पार्टनर का दावा कर रहा है वो कॉन्सटेंटली प्रेशर क्रिएट कर रहा है, चाहे वो डिफेंस डील्स होण, ऑयल इंपोर्ट सैंक्शनस होण या ट्रेड टैरिफ ही क्यों ना होवे। ते इंडिया वास्ते जिहड़ा एक डिलेमा है ना वो क्लीयर है। डिलेमा यह है कि यूएसए दे नाल इकोनॉमिक टाइज वधाया जावे या फिर अपने लोकल मैन्युफैक्चरर्स की प्रोटैक्शन जिहड़ी है वो रखी जावे। दोनों चीज़ां एक दूजे के ऑपोजिट लगदियां ने। इंडिया ने पहला भी प्रोटैक्शनिस्ट स्टैप एडॉप्ट किए ने, लाइक मेक इन इंडिया ते आत्मनिर्भर भारत दे थ्रू, जिथे वो चाहता सी कि फॉरेन गुड्स की डिपेंडेंसी कट डाउन होवे, पर हुण यूएसए उस पॉलिसी ते भी
सवाल लगातार उठा रहा है। इत्थे ना फिर एक मेजर क्वेश्चन खड़ा हो जाता है कि इंडिया अपनी टैरिफ वापस घटाएगा। जे करदा है तो डोमैसटिक इंडस्ट्रीज अपोज करनगियां ते जे नहीं करदा तो यूएसए होर स्ट्रिक्ट हो सकता है ते WTO रेजोल्यूशन आउंदा है कि नहीं, वो भी फिलहाल हले अनसर्टेन है। तो कहना गलत नहीं होगा कि यह टैरिफ्स सिर्फ एक इकोनॉमिक मुद्दा नहीं है, ये किते ना किते एक पॉलिटिकल ते स्ट्रैटेजिक बैलेंसिंग एक्ट बन चुकिया है, जिते हर डिसीजन दे अपने कॉन्सिक्वेंसिस ने। ते ज़रूरी है कि आपां आ भी गल करिए कि ट्रंप की स्ट्रैटेजी सिर्फ इलैक्शन स्टंट जिहड़ी है वो नहीं हो सकती। इलैक्शन फिलहाल तो नहीं, लेकिन हाँ आने वाले टाइम के लिए आप कह सकते हैं कि एक स्टंट हो सकता है, जां इसके पिछे कोई लॉन्ग टर्म गेम प्लान जिहड़ा आ वो छुपिया हो सकता है। तो इंडिया वास्ते ये टाइम है कि जिथे उन्होंने अपने ग्लोबल पोजिशनिंग नू कॉशियसली मेनटेन करना पवेगा, स्पेशली जिथे एक्सपोर्ट्स, जॉब ते इमेज फिलहाल स्टेक ते ने। इत्थे एक होर ब्रेक लिए रुकांगे, जल्द हाजिर होवांगे आज दा मुद्दा दे विच। वेलकम बैक आफ्टर द ब्रेक। तुसीं वेख रहे हो आज दा मुद्दा ते असीं उस टैरिफ अटैक की गल कर रहे हैं जो कि यूएसए ने इंडिया ते कर दिता है। तो हुण तक असी इस पूरे कहिए एक स्ट्रैटेजी नूं समझण की कोशिश की है, इसके इंपैक्ट नूं समझण की कोशिश की है। तो WTO ते मसला ये खड़ा हो सकता है या नहीं, इनू लेके भी अपना एक सवाल है, क्योंकि सिचुएशन हाले अनसर्टेन जी, क्योंकि कॉशियस कहिए ना एक रिस्पॉन्स फिलहाल इंडिया वालों जिहड़ा आ वो दिता गया आ इस अनाउंसमेंट ते जो कि डोनाल्ड ट्रंप ने हाल ही दे विच कीती है। फिलहाल हुण जरूरत है सानू ये समझण की कि स्ट्रैटेजिक आउटलुक किवें दा आ, हुण की देखण दी लोड़ है, वॉट टू वॉच एंड पब्लिक इंपैक्ट की है, वो भी असीं फिलहाल जानने, लेकिन पब्लिक इंपैक्ट एक वे फॉरवर्ड है। फिलहाल इस पूरी सिचुएशन को आप आउटलुक करने की कोशिश करांगे। गल करते हैं जी ऑपरेशन टैरिफ डिप्लोमेसी दे फ्यूचर आउटलुक की। ट्रंप दे कहिए नवे टैरिफ स्ट्रैटेजी सिर्फ इंडिया के खिलाफ नहीं है, बल्कि वो एक ओवरऑल इकोनॉमिक नैरेटिव का हुण हिस्सा बन चुकी है, जिथे वो अपने वोटर बेस नूं दसना चाहते हैं कि अमेरिका की मैन्युफैक्चरिंग वापस ट्रैक ते लेके आवांगे, असी जॉब्स बचावांगे ते अपना फेयर शेयर हासिल करांगे। तो सवाल ये उठता है कि ये अप्रोच सिर्फ सिंबॉलिक है जां असल दे विच ग्लोबल इकोनॉमिक डायनामिक्स नूं वाकई बदल सकती है। इंडिया लई एक क्रूशल समय है। ट्रंप दी रेसिप्रोकल टैरिफ्स वाली पॉलिसी जो कि एक बेसिकली कहती है कि जे इंडिया 20% टैक्स लाउंदा है तो यूएस प्रोडक्ट्स से 20% टैक्स लाउंदा है तो यूएस भी उन्हां प्रोडक्ट्स से सेम या उस तो भी वध टैरिफ लगा सकता है। तो 25% जिहड़ा आ वो ये टैरिफ जिहड़ा आ वो लाया जाएगा, जिवें तुसीं लगातार देख रहे हो। ये कॉन्सैप्ट जिहड़ा है ना वो आम पब्लिक लई फेयर लग सकता है, पर असल इकोनॉमिक वर्ल्ड विच हर देश की इंपोर्ट ते एक्सपोर्ट डिपेंडेंसी हुंदी है, प्रोडक्शन कॉस्ट हुंदा आ, ट्रेड एग्रीमेंट ते नाल दे नाल डिप्लोमैटिक रिलेशनस नूं देख के ही ये जिहड़े डिसीजनस आ वो हर कंट्री लैंदी है, हर देश लैंदा है इंपोर्ट एक्सपोर्ट करन दे लई। ते फिलहाल ये जिहड़ा मोमेंट बनिया होया है इंडिया दे लई क्रूशल है। इस मोमेंट ते इंडिया दे सामने फिलहाल जेकर असीं ऑप्शनस की गल करिए तो की ये ऑप्शनस हैगे ने? यस, कई ऑप्शनस ने, जिन्हां दे विच जेकर आपां पहला ऑप्शनस की गल करिए वो पहला ऑप्शन है डिप्लोमैटिक डायलॉग, विच इज़ वेरी मच इंपॉर्टेंट। ऑलरेडी आप देखते हैं कि इंडियन फॉरेन मिनिस्ट्री ने कह दिता है कि वो इशू नूं WTO नॉर्म्स के अंडर एड्रैस करना चाहते हैं, पर WTO प्रोसेस जग जाहिर है बड़ा स्लो होता है। तो मीनवाइल बिजनेसिस ते इंडस्ट्रीज नूं प्रेशर फेस करना पै सकता है। दूजा ऑप्शन हो सकता है काउंटर टैरिफ्स, जिवें पहला इंडिया ने 2018-19 के विचकार
इन बिटवीन इंडिया ने कुछ यूएस प्रोडक्ट ते रिटैलिएटरी टैरिफ्स लाए सीगे ते ਉਹ मॉडल फिर रिपीट हो सकता है। पर ये पॉसिबिलिटी भी है कि एस्केलेशन इकोनॉमिक वॉर विच बदल जाए, जिथे दो इकोनॉमीज कॉन्स्टेंट टिट फॉर टैट च लग जांदियां ने। हुण जेकर असीं पब्लिक इमेज वे फॉरवर्ड की गल करिए, पब्लिक एंगल की गल करिए, तो ये टैरिफ्स आम आदमी लई भी जरूरी हो जाते हैं, क्योंकि जदों इंपोर्ट ते कॉस्ट वधदी है तो ਉਹਦਾ ਸਿੱਧਾ असर कंज्यूमर प्राइसिस ते पैंदा है। फॉर एग्जाम्पल जे इलैक्ट्रॉनिक्स, मोबाइल फोन्स या स्टील बेस्ड प्रोडक्ट यूएस तो आउंदे ने ते उसने इंडियन स्टील ते टैक्स वधा दिता, तो ਉਹਦਾ असर लोकल प्राइसिस ते भी आ जाता है। तो उस तो इलावा इंडियन एक्सपोर्टर्स खास करके MSMEs ऑलरेडी ग्लोबल रिसेशन सप्लाई चेन बॉटलनेक्स ते शिपिंग कॉस्ट दे नाल इस वक्त स्ट्रगल कर रहे हैं। तो हुण जदों यूएस वर्गे मेजर मार्केट दे विच रिस्ट्रिक्शनस वधदियां ने तां ये एक्सपोर्टर्स लई डबल ट्रबल बन जाता है। इंपैक्ट इहदा काफ़ी वास्ट होवेगा, काफ़ी ब्रॉड होवेगा। देखना होवेगा कि फ्यूचर विच इदां दी जिहड़ी सिचुएशन है उसनूं किवें हैंडल करता है इंडिया। फिलहाल उन्हां दे लई भी सिचुएशन काफ़ी अनसर्टन है। ये जिहड़ा पूरा इशू है ना, ओवरऑल इशू, ये सिर्फ इकोनॉमिक नहीं है। आप लगातार फ्रॉम द वेरी बिगनिंग इन द ऑफ द प्रोग्राम आप कह रहे हैं कि ये इकोनॉमिक होने के नाल नाल ये बड़ा डिप्लोमैटिक भी है, क्योंकि जेकर जदों आप इंडो यूएस रिलेशनस की गल करते हैं ना, ये हमेशा तो ही एक स्ट्रैटेजिक रही ने, चाहे वो डिफेंस डील होण, भावें वो स्पेस कोलैबोरेशन होवे या फिर क्वाड अलायंस ही क्यों ना होवे। हुण जदों ये टैरिफ टेंशन लगातार वध रही है तो डिप्लोमैटिक ट्रस्ट ते भी किते ना किते इफेक्ट ते पैंदा ही है। कई स्टेक होल्डर्स ने जिहड़े वो कहंदे ने कि ट्रंप दी स्ट्रैटेजी जिहड़ी है वो शॉर्ट टर्म पॉलिटिकल गेन लई हो सकती है, पर लॉन्ग टर्म कोलैबोरेशन दे लई ये बहुत ज़्यादा हार्मफुल है। पर इत्थे एक इंटरेस्टिंग न्यूसेंस भी है कि ट्रंप दी ट्रेड पॉलिसी पब्लिक ओपीनियन ते भी गेम खेडती है। अमेरिका दे विच ना ये परसैप्शन बन चुकी है कि डेवलपिंग कंट्रीज लाइक इंडिया ये अनफेयर एडवांटेज ले रहे हैं। और ये गल तुसी भी जानते हो कि हर प्लेटफॉर्म जो टैरिफ की गल आती है, हर प्लेटफॉर्म ते डोनाल्ड ट्रंप वालों अनफेयर ए वर्ड यूज़ किया जाता है। अनफेयर इंडिया, अनफेयर दी पॉलिसीज़ अनफेयर ने, तो ये उसका पूरा एडवांटेज ले रहे हैं, जिसका नुकसान जोड़ा आ वो यूएसए दे पब्लिक नू फेस करना पै रहा है। इधर दे ट्रेड पूरी जिहड़ा कहिए एक इंडस्ट्री आ उन्होंने फेस करना पै रहा है, तो जिसका वड्डा नुकसान यूएसए हो रहा है। तो इस तरीके के नैरेटिव नू ना ट्रंप वार वार एम्फसाइज करते हैं ताकि जिन्हां ने उन्होंने वोट किया, जिहड़े उन्होंने फॉलोवर्स ने, जिहड़े उन्होंने मानते ने, उन्होंने लगे कि वो अमेरिका फर्स्ट दी पॉलिसी सचमुच इनफोर्स कर रहे हैं। ही इज़ एक्चुअली वर्किंग ऑन दैट। तो इंडियन मीडिया विच ना ये कंसर्न है कि ट्रंप दा व्यू इंडिया नू टैरिफ किंग कहना एक डिप्लोमैटिक इंसल्ट है, पर असल च वो एक बारगेनिंग टैक्टिक भी हो सकती है। सो हुण सवाल ये है कि पहला इंडियन गवर्नमेंट नू प्रोएक्टिव डिप्लोमैटिक टॉक्स जाना पऊगा, WTO विच मैटर रैफर करना पऊगा, बिजनेस काउंसिल्स नू इन्वॉल्व करना पऊगा, तो एक ट्रेड बैलेंसिंग फॉर्मूला प्रपोज करना पवेगा। ये सब जरूरी होवेगा। दूजा, इंडियन इंडस्ट्री लई ये वार्निंग साइन है कि डिपेंडेंस सिर्फ एक मार्केट ते ना रखी जाए। इत्थे हुण होना चाहिए डाइवर्सिफिकेशन, क्वालिटी इंप्रूवमेंट ते टेक बेस्ड प्रोडक्शन की जरूरत, ताकि ग्लोबल कॉम्पिटिटिवनेस बनाई जा सके। तो जिथे तक आम पब्लिक का सवाल है, ये टैरिफ की गेम तुसी टीवी ते जरूर देख रहे हो, सुन रहे हो, पोस्ट विच देख रहे हो, पर उदा असली असर तुहाडी मंथली बजट महसूस होवेगा। इंपोर्ट प्राइसिस वधन
ਜੌਬ ਕਟਸ ਹੋ ਸਕਦੇ ਨੇ ਜਾਂ ਫੋਰਨ ਇਨਵੈਸਟਮੈਂਟ ਸਲੋ ਹੋ ਸਕਦੀ ਹੈ। ਸੋ ਇਹ ਇਸ਼ੂ ਸਿਰਫ ਪੋਲੀਟੀਕਲ ਡਿਬੇਟ ਤੱਕ ਲਿਮਿਟਿਡ ਨਹੀਂ ਹੈ। ਜਿਹੜੇ ਲੋਕ ਸੋਚ ਰਹੇ ਨੇ ਕਿ ਸਿਰਫ ਇੱਕ ਪੋਲੀਟੀਕਲ ਡਿਬੇਟ ਹੈ, ਇਹ ਤੁਹਾਡੇ ਸਾਡੇ ਘਰ ਤੱਕ ਡਾਇਰੈਕਟ ਇੰਪੈਕਟ ਲਿਆ ਸਕਦੀ ਹੈ। ਤੇ ਅੰਤ ਵਿੱਚ ਅਸੀਂ ਆਹੀ ਕਹਿਣਾ ਚਾਹਾਂਗੇ ਕਿ ਜਿਵੇਂ ਹਰ ਸਟਾਰਮ ਦੇ ਬਾਅਦ ਨਾ, ਹਰ ਤੂਫਾਨ ਤੋਂ ਬਾਅਦ ਆਸਮਾਨ ਸਾਫ਼ ਨੀਲਾ ਨਜ਼ਰ ਆਉਂਦਾ ਹੈ, ਤੇ ਇਹ ਟੈਰਿਫ ਸਟਾਰਮ ਵੀ ਨਾ ਡਿਪਲੋਮੈਟਿਕ ਕਲੈਰਿਟੀ ਦੇ ਨਾਲ ਸੋਲਵ ਹੋ ਸਕਦਾ ਹੈ। ਬਸ ਦੇਖਣਾ ਹੈ ਕਿ ਉਹ ਡਿਪਲੋਮੈਟਿਕ ਸਟੈਪਸ ਭਾਰਤ ਕਿਵੇਂ ਚੱਕਦਾ ਹੈ। ਜ਼ਰੂਰਤ ਹੈ ਕਿ ਇਸ ਟੈਰਿਫ ਦੇ ਨਾਲ ਇੱਕ ਕਲੀਅਰ ਸਟ੍ਰੈਟਜੀ ਦੀ, ਇੱਕ ਪੇਸ਼ੈਂਸ ਦੀ ਤੇ ਕਲੀਅਰ ਕਮਿਊਨੀਕੇਸ਼ਨ ਦੀ ਵੀ ਜ਼ਰੂਰਤ ਹੈ। ਇੰਡੀਆ ਨੂੰ ਗਲੋਬਲ ਸਟੇਜ ਤੇ ਆਪਣਾ ਆਨਰ ਬਣਾਏ ਰੱਖਣਾ ਹੈ ਤੇ ਟ੍ਰੇਡ ਪਾਰਟਨਰ ਵੀ ਉਸੇ ਸਮਝਦਾਰੀ ਦੇ ਨਾਲ ਮੈਨੇਜ ਕਰ ਪਾਉਣਗੇ। ਅੱਜ ਦੇ ਇਸ ਪੂਰੇ ਐਪੀਸੋਡ ਦੇ ਵਿੱਚ ਅਸੀਂ ਇੱਕ ਬੈਕ ਸਟੋਰੀ ਦੇ ਨਾਲ ਇੱਕ ਟੈਰਿਫ ਕਿੰਗ ਦਾ ਜਿਹੜਾ ਇੱਕ ਟੈਗ ਇੰਡੀਆ ਤੇ ਲੱਗਾ ਆ, ਇਸ ਦੇ ਇੱਕ ਬ੍ਰੌਡਰ ਇੰਪੈਕਟ ਤੇ ਆਪਾਂ ਗੱਲ ਕੀਤੀ ਆ, ਤੇ ਆਮ ਲੋਕਾਂ ਨੂੰ ਵੀ ਇਸ ਦਾ ਅਸਰ ਕਿਵੇਂ ਝੇਲਣਾ ਪਵੇਗਾ ਉਸ ਦੀ ਗੱਲ ਕੀਤੀ, ਤੇ ਨਾਲ ਦੇ ਨਾਲ ਹੀ ਆਪਾਂ ਇੱਕ ਡਿਪਲੋਮੈਟਿਕ ਸਟੈਪਸ ਦੀ ਵੀ ਗੱਲ ਕੀਤੀ, ਜਿਹਨੂੰ ਲੈ ਕੇ ਇੰਡੀਆ ਹੁਣ ਕੀ ਸੋਚ ਵਿਚਾਰ ਕਰ ਰਿਹਾ ਆ, ਉਸ ਦਾ ਰਿਸਪੌਂਸ ਕੀ ਰਹਿਣ ਵਾਲਾ ਆ, ਇੰਡੀਆ ਕੀ ਕਦਮ ਚੱਕੇਗਾ, ਇਸ ਦਾ ਰਿਸਪੌਂਡ ਕਿਵੇਂ ਕਰੇਗਾ USA ਨੂੰ। ਫਿਲਹਾਲ ਇਹ ਸਾਰੀ ਚੀਜ਼ਾਂ ਜਿਹੜੀਆਂ ਆ ਉਹ ਫਿਊਚਰ 'ਚ ਕਿਤੇ ਨਾ ਕਿਤੇ ਛੁਪੀਆਂ ਹੋਈਆਂ ਨੇ। ਸਾਰੇ ਸਵਾਲਾਂ ਦੇ ਜਵਾਬ ਸਾਨੂੰ ਜਲਦ ਹਾਸਲ ਹੋਣਗੇ, ਪਰ ਇਸ ਪੂਰੇ ਐਪੀਸੋਡ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ info@justbroadcasting.com ਜਾਂ geet@justbroadcasting.com ਤੇ ਇਸੇ ਦੇ ਨਾਲ ਫਿਲਹਾਲ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮਸਲੇ ਦੇ ਨਾਲ, ਨਵੇਂ ਮੁੱਦੇ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਰੱਬ ਰਾਖਾ।